मतलब कि ਜਿਹੜਾ ਯੂਰਿਕ ਐਸਿਡ ਪ੍ਰੋਬਲਮਸ ਜਿਨ੍ਹਾਂ ਨੂੰ ਵੀ ਹੁੰਦੇ ਉਹ ਮੇਨਲੀ ਖਾਣ ਨਾਲ ਹੁੰਦੀ ਹੈ। ਇਹਦੇ ਵਿੱਚ ਕਈ ਚੀਜ਼ਾਂ ਕਈਆਂ ਨੂੰ ਖਾਣ ਦੇ ਨਾਲ ਹੁੰਦੀਆਂ, ਕਈਆਂ ਦਾ ਖਾਣਾ ਪੀਣਾ ਗਲਤ ਹੁੰਦਾ, ਪਰ ਇਹਦੇ ਇਹ ਨਹੀਂ ਕਹਿ ਸਕਦੇ ਕਿ ਸਿਰਫ ਖਾਣ ਨਾਲ ਹੁੰਦੀ ਹੈ, ਉਹਦੇ ਹੋਰ ਵੀ ਫੈਕਟਰਸ ਹੁੰਦੇ ਆ। ਹੁੰਦਾ ਕਿਉਂ ਹੈ, ਕਾਜ਼ਸ ਕੀ ਨੇ ਇਹਦੇ? ਕੁਝ ਜਿਵੇਂ ਮੈਂ ਦੱਸਿਆ ਕਿ ਇਟ ਇਜ਼ ਅ ਨੋਰਮਲ ਪ੍ਰੋਸੈਸ ਹੁੰਦਾ, ਜਿਵੇਂ ਜਿਹੜੇ ਕਈ ਖਾਣੇ ਪੀਣੇ ਹੁੰਦੇ ਜਿਹਨਾਂ 'ਚ ਪ੍ਰੋਟੀਨ ਦੀ ਕੰਟੈਂਟ ਜ਼ਿਆਦਾ ਹੁੰਦਾ, ਜਦੋਂ ਆਪਾਂ ਉਹਨੂੰ ਖਾਂਦੇ ਹਾਂ ਅਤੇ ਉਹਦੇ ਤੋਂ ਯੂਰਿਕ ਐਸਿਡ ਰਿਲੀਜ਼ ਹੁੰਦਾ। ਇਕੱਲੇ ਖਾਣ ਪੀਣ ਨਾਲ ਹੁੰਦੀਆਂ, ਇਹਦੇ ਵਿੱਚ ਮਲਟੀਪਲ ਫੈਕਟਰਸ ਹੁੰਦੇ ਆ। ਉਹਦੇ ਵਿੱਚ ਇੱਕ ਜੈਨੇਟਿਕ ਫੈਕਟਰ ਵੀ ਹੁੰਦਾ, ਬਾਕੀ ਕਈ ਬਿਮਾਰੀਆਂ ਵੀ ਹੁੰਦੀਆਂ ਜਿਹੜੀ ਯੂਰਿਕ ਐਸਿਡ ਨੂੰ ਵਧਾਉਂਦੀਆਂ। ਕਈ ਦਵਾਈਆਂ ਵੀ ਹੁੰਦੀਆਂ ਜਿਹੜੀ ਆਪਾਂ ਪੇਸ਼ੈਂਟ ਨੂੰ ਦਿੰਦੇ ਹਾਂ, ਖਾਸ ਕਰ BP ਦੀ ਗੋਲੀਆਂ ਹੁੰਦੀਆਂ, ਹਾਰਟ ਦੀ ਗੋਲੀਆਂ ਹੁੰਦੀਆਂ, ਉਹ ਗੋਲੀਆਂ ਵੀ ਕਈ ਵਾਰ ਯੂਰਿਕ ਐਸਿਡ ਨੂੰ ਵਧਾ ਦਿੰਦੀਆਂ। ਸਰ ਅਗਰ ਯੂਰਿਕ ਐਸਿਡ ਦਾ ਇਲਾਜ ਟਾਈਮ ਨਾਲ ਨਾ ਹੋਵੇ ਕੋਈ ਹੋਰ ਵੀ ਪ੍ਰੋਬਲਮਸ ਹੋ ਜਾਂਦੀਆਂ? ਡੈਫੀਨੇਟਲੀ ਕਿ ਪੇਸ਼ੈਂਟ ਨੂੰ ਜਿਹੜਾ ਆਪਣੇ ਜੋੜਾਂ ਦੀ ਹੁੰਦੀ ਹੈ ਸਵੈਲਿੰਗ ਹੋਣੀ ਸ਼ੁਰੂ ਹੋ ਜਾਂਦੀ ਹੈ, ਰੈਡਨੈਸ ਸ਼ੁਰੂ ਹੋ ਜਾਂਦੀ ਹੈ। ਸਵੈਲਿੰਗ ਹੁੰਦੀ ਹੈ, ਰੈਡਨੈਸ ਸ਼ੁਰੂ ਹੋ ਜਾਂਦੀ ਹੈ ਅਤੇ ਸਾਰੇ ਬੋਡੀ ਸਟਿਫਨੈਸ ਹੋ ਜਾਂਦੀ ਜੁਆਇੰਟਸ ਦੀ। ਇਹਦੇ ਵਿੱਚ ਜਿਹੜਾ ਯੂਰਿਕ ਐਸਿਡ ਦੀ ਸਭ ਤੋਂ ਆਮ ਜੁਆਇੰਟ ਜਿਹੜਾ ਸਭ ਤੋਂ ਜ਼ਿਆਦਾ ਇਫੈਕਟ ਹੁੰਦਾ ਉਹ ਪੈਰ ਦਾ ਅੰਗੂਠਾ ਇਫੈਕਟ ਹੁੰਦਾ। ਸਭ ਤੋਂ ਪਹਿਲੇ ਉਹਦੀ ਸਵੈਲਿੰਗ ਸ਼ੁਰੂ ਹੁੰਦੀ ਹੈ, ਉਹਦੀ ਰੈਡਨੈਸ ਸ਼ੁਰੂ ਹੁੰਦੀ ਹੈ ਅਤੇ ਉਹਦੇ ਵਿੱਚ ਜਿਹੜੀ ਮੂਵਮੈਂਟ ਹੁੰਦੀ ਹੈ ਉਹਦੀ ਉਹ ਘੱਟ ਜਾਂਦੀ ਹੈ। ਖਾਣ ਪੀਣ ਮਤਲਬ ਕਿਹੜੀ ਖਾਣ ਚੀਜ਼ ਹੈ ਜਿਹੜੀ ਅਵੋਇਡ ਕਰਨੀ ਚਾਹੀਦੀ ਹੈ ਉਹਨਾਂ ਨੂੰ? ਦੇਖੋ, ਜਿਹੜੀ ਚੀਜ਼ਾਂ ਅਵੋਇਡ ਕਰਨੀਆਂ ਚਾਹੀਦੀਆਂ ਖਾਸ ਕਰ ਜਿਹੜੇ ਇਹਦੇ ਰਿਚ ਸੋਰਸਿਸ ਹੁੰਦੇ ਆ, ਉਹ ਜਿਹੜੇ ਸੋਰਸਿਸ ਹੁੰਦੇ ਆ ਬੇਸਿਕਲੀ ਇੱਕ ਤਾਂ ਮੀਟ ਹੁੰਦੇ ਆ। ਜਿਹੜੇ ਨੋਨ ਵੈਜੀਟੇਰੀਅਨ ਹੁੰਦਾ, ਆਪਾਂ ਦੇਖਿਆ ਕਿ ਨੋਨ ਵੈਜੀਟੇਰੀਅਨ ਹੁੰਦੇ ਆ ਉਹਨਾਂ ਨੂੰ ਜ਼ਿਆਦਾ ਚਾਂਸਸ ਹੁੰਦੇ ਯੂਰਿਕ ਐਸਿਡ ਵਧਣ ਦੇ, ਖਾਸ ਕਰ ਮੀਟ ਹੁੰਦੇ ਆ। ਐਲਕੋਹਲ ਜਿਹੜੀ ਹੈ ਇੱਕ ਬਹੁਤ ਕਾਮਨ ਕੋਜ਼ ਹੈ ਜਿਹੜਾ ਆਪਾਂ ਆਪਣੀ ਪ੍ਰੈਕਟਿਸ ਵਿੱਚ ਦੇਖਦੇ। ਸਾਡੇ ਕੋਲ ਪੇਸ਼ੈਂਟ ਕਾਫੀ ਆਉਂਦੇ ਜਿਹੜੇ ਐਲਕੋਹਲ ਲੈਂਦੇ ਆ, ਉਹਨਾਂ ਵਿੱਚ ਵੀ ਯੂਰਿਕ ਐਸਿਡ ਵਧਣ ਦੇ ਚਾਂਸਸ ਜ਼ਿਆਦਾ ਹੁੰਦੇ ਆ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਲੁਧਿਆਣਾ ਟਾਈਮਸ ਤੇ ਮੈਂ ਹਾਂ ਹਰਸ਼ ਕੌਰ। ਯੂਰਿਕ ਐਸਿਡ ਦੀ ਪ੍ਰੋਬਲਮ ਦੀ ਗੱਲ ਕਰੀਏ, ਕਾਫੀ ਕਾਮਨ ਜਿਹੜੀ ਸੁਣਨ ਨੂੰ ਮਿਲਦੀ ਆ ਤੇ ਇਸ ਬਾਰੇ ਅੱਜ ਆਪਾਂ ਗੱਲ ਕਰਾਂਗੇ ਕਿਵੇਂ ਕੀ ਪ੍ਰੋਬਲਮ ਹੈ, ਕਿਵੇਂ ਹੁੰਦੀ ਆ, ਕੀ ਖਾਣਾ ਚਾਹੀਦਾ। ਸਾਰੀ ਚੀਜ਼ ਸਾਡੇ ਨਾਲ ਮੌਜੂਦ ਨੇ DMC ਤੋਂ ਡਾਕਟਰ ਅਮਿਤ ਬੈਰੀ ਜੋ ਕਿ ਮੈਡੀਸਨ ਡਿਪਾਰਟਮੈਂਟ ਤੋਂ ਨੇ। ਆਪਾਂ ਇਹਨਾਂ ਨਾਲ ਗੱਲਬਾਤ ਕਰਾਂਗੇ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਭ ਤੋਂ ਪਹਿਲਾਂ ਕਿ ਯੂਰਿਕ ਐਸਿਡ ਹੁੰਦਾ ਕੀ ਹੈ? ਯੂਰਿਕ ਐਸਿਡ ਸਾਡੇ ਸਰੀਰ 'ਚ ਇੱਕ ਵੇਸਟ ਪ੍ਰੋਡਕਟ ਹੈ। ਆਪਾਂ ਜਿਹੜੇ ਪਿਊਰਿਨਸ ਹੁੰਦੇ ਇੱਕ ਤਰ੍ਹਾਂ ਦੇ ਅਮਾਈਨੋ ਐਸਿਡ ਹੁੰਦੇ ਆ, ਜਦੋਂ ਆਪਾਂ ਉਹਨਾਂ ਨੂੰ ਖਾਂਦੇ ਹਾਂ ਕਾਫੀ ਚੀਜ਼ਾਂ ਹੁੰਦੀਆਂ ਜਿਹਨਾਂ 'ਚ ਪਿਊਰਿਨ ਜ਼ਿਆਦਾ ਹੁੰਦਾ, ਜਦੋਂ ਆਪਾਂ ਖਾਂਦੇ ਹਾਂ ਉਹਨਾਂ ਤੋਂ ਇੱਕ ਵੇਸਟ ਪ੍ਰੋਡਕਟ ਰਿਲੀਜ਼ ਹੁੰਦਾ ਜਿਹਨੂੰ ਆਪਾਂ ਕਹਿੰਦੇ ਆ ਜਿਹੜਾ ਯੂਰਿਕ ਐਸਿਡ ਹੁੰਦਾ, ਉਹ ਵੇਸਟ ਪ੍ਰੋਡਕਟ ਹੀ ਨੂੰ ਆਪਾਂ ਯੂਰਿਕ ਐਸਿਡ ਕਹਿੰਦੇ ਹਾਂ। ਸਰ ਇਹ ਹੁੰਦਾ ਕਿਉਂ ਹੈ, ਕਾਜ਼ਸ ਕੀ ਨੇ ਇਹਦੇ? ਕੁਝ ਜਿਵੇਂ ਮੈਂ ਦੱਸਿਆ ਕਿ ਇਟ ਇਜ਼ ਅ ਨੋਰਮਲ ਪ੍ਰੋਸੈਸ ਹੁੰਦਾ, ਜਿਵੇਂ ਜਿਹੜੇ ਕਈ ਖਾਣੇ ਪੀਣੇ ਹੁੰਦੇ ਜਿਹਨਾਂ 'ਚ ਪ੍ਰੋਟੀਨ ਦੀ ਕੰਟੈਂਟ ਜ਼ਿਆਦਾ ਹੁੰਦਾ, ਜਦੋਂ ਆਪਾਂ ਉਹਨੂੰ ਖਾਂਦੇ ਹਾਂ ਅਤੇ ਉਹਦੇ ਤੋਂ ਯੂਰਿਕ ਐਸਿਡ ਰਿਲੀਜ਼ ਹੁੰਦਾ। ਜਦੋਂ ਯੂਰਿਕ ਐਸਿਡ ਰਿਲੀਜ਼ ਹੁੰਦਾ ਉਹਦੇ ਵਿੱਚ ਨੋਰਮਲੀ ਜਿਹੜਾ ਬੋਡੀ ਹੁੰਦੀ ਉਹਦੇ ਵਿੱਚ ਉਹ ਐਕਸਕ੍ਰੀਸ਼ਨ ਹੋ ਜਾਂਦੀ ਹੈ ਯੂਰਿਨ ਦੇ ਰਸਤੇ ਜਾਂ ਜਿਹੜਾ ਵੀ ਉਹ ਦੂਜੇ ਰਸਤੇ ਹੁੰਦੇ ਆ। ਪਰ ਕਈ ਕੰਡੀਸ਼ਨ ਵਿੱਚ ਹੁੰਦਾ ਕਿ ਜਾਂ ਤਾਂ ਯੂਰਿਕ ਐਸਿਡ ਜਿਹੜੀ ਹੁੰਦੀ ਹੈ ਜਦੋਂ ਆਪਣੇ ਸਰੀਰ ਤੋਂ ਨਿਕਲਦਾ ਉਹ ਘੱਟ ਨਿਕਲਣਾ ਸ਼ੁਰੂ ਹੋ ਜਾਂਦਾ। 90% ਕੇਸਿਸ ਵਿੱਚ ਤਾਂ ਇਹੀ ਹੁੰਦਾ ਕਿ ਯੂਰਿਕ ਐਸਿਡ ਜਿਹੜਾ ਸਰੀਰ ਤੋਂ ਘੱਟ ਨਿਕਲਣਾ ਸ਼ੁਰੂ ਹੋ ਜਾਂਦਾ। 10% ਕੇਸਿਸ ਹੁੰਦਾ ਕਿ ਆਪਾਂ ਉਹ ਚੀਜ਼ਾਂ ਜ਼ਿਆਦਾ ਖਾ ਰਹੇ ਹਾਂ ਜਿਹਨਾਂ ਯੂਰਿਕ ਐਸਿਡ ਸਰੀਰ 'ਚ ਜ਼ਿਆਦਾ ਪ੍ਰੋਡਿਊਸ ਹੋ ਰਿਹਾ। ਇਹ ਦੋ ਹੀ ਕਾਰਨ ਹੁੰਦੇ, ਜਾਂ ਤਾਂ ਉਹਦੀ ਐਕਸਕ੍ਰੀਸ਼ਨ ਘੱਟ ਜਾਂਦੀ ਹੈ ਜਾਂ ਉਹਦਾ ਪ੍ਰੋਡਕਸ਼ਨ ਵੱਧ ਜਾਂਦਾ ਹੈ। ਸਰ ਮਤਲਬ ਕਿ ਜਿਹੜਾ ਯੂਰਿਕ ਐਸਿਡ ਪ੍ਰੋਬਲਮਸ ਜਿਨ੍ਹਾਂ ਨੂੰ ਵੀ ਹੁੰਦੇ ਉਹ ਮੇਨਲੀ ਖਾਣ ਨਾਲ ਹੁੰਦੀ ਹੈ? ਇਹਦੇ ਵਿੱਚ ਕਈ ਚੀਜ਼ਾਂ ਕਈਆਂ ਨੂੰ ਖਾਣ ਦੇ ਨਾਲ ਹੁੰਦੀਆਂ, ਕਈਆਂ ਦਾ ਖਾਣਾ ਪੀਣਾ ਗਲਤ ਹੁੰਦਾ, ਪਰ ਇਹਦੇ ਇਹ ਨਹੀਂ ਕਹਿ ਸਕਦੇ ਕਿ ਸਿਰਫ ਖਾਣ ਨਾਲ ਹੁੰਦੀ ਹੈ, ਉਹਦੇ ਹੋਰ ਵੀ ਫੈਕਟਰਸ ਹੁੰਦੇ ਆ। ਜਿਵੇਂ ਕਈ ਲੋਕਾਂ ਵਿੱਚ ਹੁੰਦਾ ਜੈਨੇਟਿਕ ਪ੍ਰੀਡਿਸਪੋਜੀਸ਼ਨ ਹੁੰਦੀ, ਜਿਵੇਂ ਆਪਾਂ ਕਹਿੰਦੇ ਜੈਨੇਟਿਕ ਕੋਜ਼ਸ ਹੁੰਦੇ ਆ ਜਿਨ੍ਹਾਂ ਵਿੱਚ ਕਈ ਵਾਰ ਐਂਜ਼ਾਈਮ ਦੇ ਡਿਸਆਰਡਰਸ ਹੁੰਦੇ ਆ। ਉਹਦੇ ਵਿੱਚ ਕਈ ਵਾਰ ਮੈਟਾਬੋਲਿਕ ਡਿਸਆਰਡਰਸ ਹੁੰਦੇ ਆ, ਜਿਵੇਂ ਸ਼ੂਗਰ ਹੋ ਗਈ, ਵੇਟ ਜ਼ਿਆਦਾ ਹੋ ਗਿਆ, ਇਹ ਜਿਹੜੀ ਕੰਡੀਸ਼ਨਸ ਹੁੰਦੀਆਂ, ਡਿਸਲਿਪੀਡੀਮੀਆ ਹੋ ਗਿਆ, ਚਰਬੀ ਜ਼ਿਆਦਾ ਵੱਧਦੀ ਹੈ, ਕੋਲੈਸਟਰੋਲ ਜ਼ਿਆਦਾ, ਇਹ ਜਿਹੜੀ ਕੰਡੀਸ਼ਨਾਂ ਹੁੰਦੀਆਂ ਇਹਦੇ ਵਿੱਚ ਇਹ ਕੰਡੀਸ਼ਨਾਂ ਜਿਹੜੀ ਹੁੰਦੀਆਂ ਸਰੀਰ 'ਚ ਯੂਰਿਕ ਐਸਿਡ ਨੂੰ ਵਧਾ ਦਿੰਦੀਆਂ। ਅਤੇ ਇਸ ਲਈ ਇਹ ਨਹੀਂ ਕਹਿ ਸਕਦੇ ਆਪਾਂ ਕਿ ਇਕੱਲੇ ਖਾਣ ਪੀਣ ਨਾਲ ਹੁੰਦੀਆਂ, ਇਹਦੇ ਵਿੱਚ ਮਲਟੀਪਲ ਫੈਕਟਰਸ ਹੁੰਦੇ ਆ। ਉਹਦੇ ਵਿੱਚ ਇੱਕ ਜੈਨੇਟਿਕ ਫੈਕਟਰ ਵੀ ਹੁੰਦਾ, ਬਾਕੀ ਕਈ ਬਿਮਾਰੀਆਂ ਵੀ ਹੁੰਦੀਆਂ ਜਿਹੜੀ ਯੂਰਿਕ ਐਸਿਡ ਨੂੰ ਵਧਾਉਂਦੀਆਂ। ਕਈ ਦਵਾਈਆਂ ਵੀ ਹੁੰਦੀਆਂ ਜਿਹੜੀ ਆਪਾਂ ਪੇਸ਼ੈਂਟ ਨੂੰ ਦਿੰਦੇ ਹਾਂ, ਖਾਸ ਕਰ BP ਦੀ ਗੋਲੀਆਂ ਹੁੰਦੀਆਂ, ਹਾਰਟ ਦੀ ਗੋਲੀਆਂ ਹੁੰਦੀਆਂ, ਉਹ ਗੋਲੀਆਂ ਵੀ ਕਈ ਵਾਰ ਯੂਰਿਕ ਐਸਿਡ ਨੂੰ ਵਧਾ ਦਿੰਦੀਆਂ। ਸਰ ਸਿੰਪਟਮਸ ਕਿੰਨੇ, ਮਤਲਬ ਕਿਵੇਂ ਪਤਾ ਲੱਗੂਗਾ ਕਿ ਉਹਨਾਂ ਨੂੰ ਯੂਰਿਕ ਐਸਿਡ ਹੈ? ਦੇਖੋ, ਯੂਰਿਕ ਐਸਿਡ ਨੋਰਮਲ ਲੈਵਲ ਜਿਹੜਾ ਆਪਾਂ ਕਹਿੰਦੇ ਆ ਜਿਹੜਾ ਲੇਡੀਜ਼ ਵਿੱਚ ਹੁੰਦਾ ਉਹ ਹੁੰਦਾ 2.4 ਤੋਂ 6 ਮਿਲੀਗ੍ਰਾਮ ਪਰ ਡੈਸੀਲੀਟਰ। ਮੇਲਸ ਵਿੱਚ ਹੁੰਦਾ ਉਹ ਹੁੰਦਾ 3.4 ਤੋਂ 7 ਮਿਲੀਗ੍ਰਾਮ ਪਰ ਡੈਸੀਲੀਟਰ। ਜਿਹੜੇ ਸਿੰਪਟਮਸ ਹੁੰਦੇ ਆ ਉਹ ਉਸ ਵੇਲੇ ਸ਼ੁਰੂ ਹੁੰਦੇ ਜਦੋਂ ਯੂਰਿਕ ਐਸਿਡ ਦਾ ਲੈਵਲ 7 ਤੋਂ ਜ਼ਿਆਦਾ ਹੋ ਜਾਂਦਾ। ਉਹਦੇ ਵਿੱਚ ਹੁੰਦਾ ਕੀ ਹੈ, ਆਪਾਂ ਜਿਹੜੀ ਐਕਿਊਟ ਕੰਡੀਸ਼ਨ ਨੂੰ ਕਹੀਏ ਜਿਹਨੂੰ ਆਪਾਂ ਕਹਿੰਦੇ ਐਕਿਊਟ ਗਾਊਟੀ ਆਰਥਰਾਈਟਿਸ, ਉਹਦੇ ਵਿੱਚ ਹੁੰਦਾ ਕਿ ਪੇਸ਼ੈਂਟ ਨੂੰ ਜਿਹੜਾ ਆਪਣੇ ਜੋੜਾਂ ਦੀ ਹੁੰਦੀ ਹੈ ਸਵੈਲਿੰਗ ਹੋਣੀ ਸ਼ੁਰੂ ਹੋ ਜਾਂਦੀ ਹੈ, ਰੈਡਨੈਸ ਸ਼ੁਰੂ ਹੋ ਜਾਂਦੀ ਹੈ। ਸਵੈਲਿੰਗ ਹੁੰਦੀ ਹੈ, ਰੈਡਨੈਸ ਸ਼ੁਰੂ ਹੋ ਜਾਂਦੀ ਹੈ ਅਤੇ ਸਾਰੇ ਬੋਡੀ ਸਟਿਫਨੈਸ ਹੋ ਜਾਂਦੀ ਜੁਆਇੰਟਸ ਦੀ। ਇਹਦੇ ਵਿੱਚ ਜਿਹੜਾ ਯੂਰਿਕ ਐਸਿਡ ਦੀ ਸਭ ਤੋਂ ਆਮ ਜੁਆਇੰਟ ਜਿਹੜਾ ਸਭ ਤੋਂ ਜ਼ਿਆਦਾ ਇਫੈਕਟ ਹੁੰਦਾ ਉਹ ਪੈਰ ਦਾ ਅੰਗੂਠਾ ਇਫੈਕਟ ਹੁੰਦਾ। ਸਭ ਤੋਂ ਪਹਿਲੇ ਉਹਦੀ ਸਵੈਲਿੰਗ ਸ਼ੁਰੂ ਹੁੰਦੀ ਹੈ, ਉਹਦੀ ਰੈਡਨੈਸ ਸ਼ੁਰੂ ਹੁੰਦੀ ਹੈ ਅਤੇ ਉਹਦੇ ਵਿੱਚ ਜਿਹੜੀ ਮੂਵਮੈਂਟ ਹੁੰਦੀ ਹੈ ਉਹਦੀ ਉਹ ਘੱਟ ਜਾਂਦੀ ਹੈ। ਹੌਲੀ ਹੌਲੀ ਜਿਵੇਂ ਇਹ ਯੂਰਿਕ ਐਸਿਡ ਬਿਮਾਰੀ ਵੱਧਦੀ ਹੈ ਉਹਦੇ ਵਿੱਚ ਬਾਕੀ ਜੁਆਇੰਟਸ ਵੀ ਇਨਵੋਲਵ ਜਾਂਦੇ ਆ, ਬਾਕੀ ਜੋੜਾਂ 'ਚ ਵੀ ਤਕਲੀਫ ਹੋ ਜਾਂਦੀ ਹੈ। ਮੇਨ ਤਕਲੀਫ ਜਿਹੜੀ ਹੁੰਦੀ ਹੈ ਜੋੜਾਂ ਦੀ ਦਰਦਾਂ ਹੁੰਦੀਆਂ, ਰੈਡਨੈਸ ਹੋ ਜਾਂਦੀ ਹੈ ਅਤੇ ਉਹਦੇ ਨਾਲ ਬੰਦੇ ਦਾ ਚੱਲਣਾ ਫਿਰਨਾ ਵੀ ਮੁਸ਼ਕਿਲ ਹੋ ਜਾਂਦਾ ਹੈ।
ਸਰ ਅਗਰ ਯੂਰਿਕ ਐਸਿਡ ਦਾ ਇਲਾਜ ਟਾਈਮ ਨਾਲ ਨਾ ਹੋਵੇ ਕੋਈ ਹੋਰ ਵੀ ਪ੍ਰੋਬਲਮਸ ਹੋ ਜਾਂਦੀਆਂ ਨੇ? ਡੈਫੀਨਿਟਲੀ ਯੂਰਿਕ ਐਸਿਡ ਅਗਰ ਵੱਧਦਾ ਰਹਿੰਦਾ ਬੋਡੀ 'ਚ ਤੇ ਇਹਦੇ ਨਾਲ ਇਹਦੇ ਕ੍ਰਿਸਟਲਸ ਬਣ ਜਾਂਦੇ ਆ। ਕ੍ਰਿਸਟਲ ਯੂਰਿਕ ਐਸਿਡ ਇੱਕ ਤਰ੍ਹਾਂ ਦੇ ਕ੍ਰਿਸਟਲਸ ਹੁੰਦੇ ਆ, ਬੋਡੀ 'ਚ ਐਕੂਮੂਲੇਟ ਹੋਣੇ ਸ਼ੁਰੂ ਹੋ ਜਾਂਦੇ ਆ। ਉਹਦੇ ਵਿੱਚ ਕਈ ਬਿਮਾਰੀਆਂ ਦੇ ਚਾਂਸਸ ਵੱਧ ਜਾਂਦੇ ਆ, ਈਵਨ ਕਿਡਨੀ ਡਿਜ਼ੀਜ਼ਸ ਵੱਧ ਜਾਂਦੀਆਂ, ਇਹਦੇ ਈਵਨ ਹਾਰਟ ਦੀ ਡਿਜ਼ੀਜ਼ ਵੱਧ ਜਾਂਦੀਆਂ। ਜੋਇੰਟਸ ਜਿਹੜੇ ਹੁੰਦੇ ਆ ਖਾਸ ਕਰ ਜੋੜਾਂ ਦੇ, ਜਿਵੇਂ ਆਪਾਂ ਪਹਿਲੇ ਵੀ ਗੱਲ ਕੀਤੀ ਸੀ, ਇਨੀਸ਼ੀਅਲ ਸਿੰਪਟਮ ਵੀ ਜੋੜਾਂ ਦੇ ਹੁੰਦੇ ਆ, ਉਹਦੇ ਵਿੱਚ ਜੋਇੰਟ ਦੀ ਸਵੈਲਿੰਗ ਹੋ ਜਾਂਦੀ ਆ। ਅਤੇ ਕਈ ਕੇਸਿਸ ਵਿੱਚ ਜੇ ਆਪਾਂ ਇਲਾਜ ਨਾ ਕਰਾਈਏ ਤਾਂ ਜੋੜ ਮੁੜਨੇ ਵੀ ਮਤਲਬ ਜਿਵੇਂ ਹੁੰਦਾ ਡਿਫੋਰਮਿਟੀਜ਼ ਹੋ ਜਾਂਦੀਆਂ, ਉਹਦੇ ਕਾਰਨ ਮਰੀਜ਼ ਦਾ ਚੱਲਣਾ ਫਿਰਨਾ ਬੜਾ ਮੁਸ਼ਕਿਲ ਹੋ ਜਾਂਦਾ ਤੇ ਜੁਆਇੰਟਸ ਵੀ ਪੂਰੇ ਡਿਫਾਰਮ ਹੋ ਜਾਂਦੇ। ਮਤਲਬ ਅਗਰ ਯੂਰਿਕ ਐਸਿਡ ਕਿਸੇ ਨੂੰ ਹੈਗਾ ਸਿਰਫ ਖਾਣ ਪੀਣ ਨਾਲ ਕੀ ਠੀਕ ਹੋ ਸਕਦਾ ਹੈ? ਇਕੱਲੇ ਖਾਣ ਪੀਣ, ਜਿਵੇਂ ਮੈਂ ਤੁਹਾਨੂੰ ਕਿਹਾ ਕਿ ਇਹ ਨਹੀਂ ਕਹਿ ਸਕਦੇ ਕਿ ਇਕੱਲਾ ਖਾਣ ਪੀਣ ਨਾਲ ਹੀ ਫਰਕ ਪੈਂਦਾ, ਸਾਨੂੰ ਕਈ ਚੀਜ਼ਾਂ ਇਹਦੇ ਵਿੱਚ ਇਨਵੋਲਵ ਹੁੰਦੀਆਂ। ਖਾਣ ਪੀਣ ਦਾ ਵੀ ਸਾਨੂੰ ਪਰਹੇਜ਼ ਰੱਖਣਾ ਪੈਂਦਾ। ਇਹਦੇ ਇਲਾਵਾ ਸਾਨੂੰ ਕੋਈ ਬਿਮਾਰੀਆਂ ਉਹ ਵੀ ਕੰਟਰੋਲ ਕਰਨੀ ਪੈਂਦੀ, ਜਿਵੇਂ ਮੈਂ ਕਿਹਾ ਸ਼ੂਗਰ ਦੇ ਪੇਸ਼ੈਂਟ ਹੁੰਦੇ ਆ, ਕਿਡਨੀ ਦੇ ਪੇਸ਼ੈਂਟ ਖਾਸ ਕਰ ਜਿਨ੍ਹਾਂ ਨੂੰ ਕਿਡਨੀ ਦੀ ਪ੍ਰੋਬਲਮ ਹੈ, ਉਹਨਾਂ ਵਿੱਚ ਕਿਉਂਕਿ ਯੂਰਿਕ ਐਸਿਡ ਜਿਹੜਾ ਹੁੰਦਾ ਆਪਾਂ ਸਰੀਰ ਤੋਂ ਯੂਰਿਨ 'ਚ ਹੀ ਨਿਕਲਦਾ। ਜਿਵੇਂ ਕਿਸੇ ਨੂੰ ਕਿਡਨੀ ਦੀ ਪ੍ਰੋਬਲਮ ਹੈ, ਉਹਦੇ ਵਿੱਚ ਵੀ ਯੂਰਿਕ ਐਸਿਡ ਪੂਰਾ ਨਿਕਲਦਾ ਨਹੀਂ ਹੈ। ਇਹੋ ਜਿਹੇ ਪੇਸ਼ੈਂਟ ਨੂੰ ਖਾਸ ਕਰ ਧਿਆਨ ਰੱਖਣਾ ਪੈਂਦਾ। ਅਤੇ ਕਈ ਇਹ ਵੀ ਹੁੰਦਾ ਕਿ ਇਹਦੇ ਵਿੱਚ ਫਿਜ਼ੀਕਲ ਮੋਬਿਲਿਟੀ ਦਾ ਵੀ ਰੋਲ ਹੁੰਦਾ, ਜਿਵੇਂ ਆਪਾਂ ਕਹਿੰਦੇ ਹਾਂ ਕਿ ਪੇਸ਼ੈਂਟ ਜਿਹੜਾ ਇਨਐਕਟਿਵ ਹੁੰਦਾ ਉਹਨਾਂ 'ਚ ਯੂਰਿਕ ਐਸਿਡ ਜ਼ਿਆਦਾ ਬਣਦਾ। ਜੇ ਆਪਾਂ ਨੂੰ ਬੰਦੇ ਨੂੰ ਚਾਹੀਦਾ ਕਿ ਰੋਜ਼ ਆਪਣੀ ਥੋੜ੍ਹਾ ਡੇਲੀ ਕੋਈ ਫਿਜ਼ੀਕਲ ਐਕਟੀਵਿਟੀ ਕਰੇ। ਬਾਕੀ ਵੀ ਕਈ ਜੈਨੇਟਿਕ ਫੈਕਟਰਸ ਹੁੰਦੇ ਆ, ਇਹ ਨਹੀਂ ਕਹਿ ਸਕਦੇ ਕਿ ਸਿਰਫ ਖਾਣ ਪੀਣ ਨਾਲ ਹੀ ਇਹਨੂੰ ਕੰਟਰੋਲ ਕਰ ਸਕਦੇ ਹਾਂ। ਸਰ ਰੋਕਿਆ ਕਿਵੇਂ ਜਾ ਸਕਦਾ? ਇੱਕ ਚੀਜ਼ ਜਿਵੇਂ ਤੁਸੀਂ ਫਿਜ਼ੀਕਲ ਐਕਟੀਵਿਟੀਜ਼ ਜ਼ਰੂਰੀ ਆ, ਖਾਣ ਪੀਣ ਮਤਲਬ ਕਿਹੜੀ ਚੀਜ਼ ਆ ਜਿਹੜੀ ਅਵੋਇਡ ਕਰਨੀ ਚਾਹੀਦੀ ਹੈ ਉਹਨਾਂ ਨੂੰ? ਦੇਖੋ, ਜਿਹੜੀ ਚੀਜ਼ਾਂ ਅਵੋਇਡ ਕਰਨੀਆਂ ਚਾਹੀਦੀਆਂ ਖਾਸ ਕਰ ਜਿਹੜੇ ਇਹਦੇ ਰਿਚ ਸੋਰਸਿਸ ਹੁੰਦੇ ਆ, ਉਹ ਜਿਹੜੇ ਸੋਰਸਿਸ ਹੁੰਦੇ ਆ ਬੇਸਿਕਲੀ ਇੱਕ ਤਾਂ ਮੀਟ ਹੁੰਦੇ ਆ। ਜਿਹੜੇ ਨੋਨ ਵੈਜੀਟੇਰੀਅਨ ਹੁੰਦਾ, ਆਪਾਂ ਦੇਖਿਆ ਕਿ ਨੋਨ ਵੈਜੀਟੇਰੀਅਨ ਹੁੰਦੇ ਆ, ਉਹਨਾਂ ਨੂੰ ਜ਼ਿਆਦਾ ਚਾਂਸਸ ਹੁੰਦੇ ਯੂਰਿਕ ਐਸਿਡ ਵਧਣ ਦੇ, ਖਾਸ ਕਰ ਮੀਟ ਹੁੰਦੇ ਆ। ਐਲਕੋਹਲ ਜਿਹੜੀ ਹੈ ਇੱਕ ਬਹੁਤ ਕਾਮਨ ਕੋਜ਼ ਹੈ, ਜਿਹੜਾ ਆਪਾਂ ਆਪਣੀ ਪ੍ਰੈਕਟਿਸ ਵਿੱਚ ਦੇਖਦੇ, ਸਾਡੇ ਕੋਲ ਪੇਸ਼ੈਂਟ ਕਾਫੀ ਆਉਂਦੇ ਜਿਹੜੇ ਐਲਕੋਹਲ ਲੈਂਦੇ ਆ, ਉਹਨਾਂ ਵਿੱਚ ਵੀ ਯੂਰਿਕ ਐਸਿਡ ਵਧਣ ਦੇ ਚਾਂਸਸ ਜ਼ਿਆਦਾ ਹੁੰਦੇ ਆ। ਤੀਸਰਾ ਜਿਹੜਾ ਹੁੰਦਾ ਆਪਾਂ ਜਿਵੇਂ ਕਹਿੰਦੇ ਹਾਂ ਸ਼ੂਗਰੀ ਡਰਿੰਕਸ, ਜਿਵੇਂ ਆਪਣੇ ਸਵੀਟ ਜਿਹੜੇ ਹੁੰਦੇ ਆਪਣੇ ਕੋਲਡ ਡਰਿੰਕਸ ਹੋ ਗਏ ਜਾਂ ਫਿਜ਼ ਵਗੈਰਾ ਜਾਂ ਐਪਲ ਫਿਜ਼ ਵਗੈਰਾ, ਇਹ ਸਾਰੀ ਚੀਜ਼ਾਂ ਨਾਲ ਵੀ ਯੂਰਿਕ ਐਸਿਡ ਕੰਟੈਂਟ ਬਹੁਤ ਵੱਧਦਾ। ਇਹਦੇ ਇਲਾਵਾ ਸਾਨੂੰ ਹੋਰ ਵੀ ਜਿਹੜੀ ਚੀਜ਼ਾਂ ਹੁੰਦੀਆਂ, ਜਿਵੇਂ ਆਪਣੇ ਕੋਈ ਹੈ ਜਿਵੇਂ ਮੈਂ ਤੁਹਾਨੂੰ ਦੱਸਿਆ ਸ਼ੂਗਰੀ ਫੂਡਸ ਹੋ ਗਏ, ਐਲਕੋਹਲ ਹੋ ਗਿਆ, ਕਈ ਵਾਰ ਕਈ ਡਾਈਟਸ ਵੀ ਹੁੰਦੀਆਂ ਜਿਹੜੀ ਨਾ ਕਈ ਫਰੂਟਸ ਹੁੰਦੇ ਆ ਜਿਨ੍ਹਾਂ ਵਿੱਚ ਵੀ ਜਿਹੜੇ ਆਪਣੇ ਹੁੰਦੇ ਫੂਡ ਹੁੰਦੇ ਜਿਨ੍ਹਾਂ 'ਚ ਜ਼ਿਆਦਾ ਹੁੰਦਾ, ਜਿਵੇਂ ਦਾਲਾਂ 'ਚ ਹੁੰਦਾ ਮਸੂਰ ਦੀ ਦਾਲ ਜਿਹੜੀ ਹੁੰਦੀ ਹੈ, ਉਹਦੇ ਵਿੱਚ ਬਹੁਤ ਜ਼ਿਆਦਾ ਯੂਰਿਕ ਐਸਿਡ ਕੰਟੈਂਟ ਜ਼ਿਆਦਾ, ਪ੍ਰੋਟੀਨ ਜ਼ਿਆਦਾ ਹੁੰਦੇ ਆ। ਇਸੇ ਤਰ੍ਹਾਂ ਜਿਹੜੇ ਰਾਜਮਾ ਹੋ ਗਿਆ, ਚਨਾ ਦਾਲ ਹੋ ਗਈ, ਛੋਲੇ ਹੋ ਗਏ, ਇਹ ਸਾਰੇ ਜਿਹੜੇ ਹੁੰਦੇ ਹਾਈ ਕੰਟੈਂਟ ਆਫ ਯੂਰਿਕ ਐਸਿਡ ਹੁੰਦਾ। ਅਤੇ ਇਸ ਲਈ ਸਾਨੂੰ ਚਾਹੀਦਾ ਕਿ ਇਹਨਾਂ ਨੂੰ ਚੀਜ਼ਾਂ ਨੂੰ ਥੋੜ੍ਹਾ ਆਪਣੇ ਖਾਣੇ 'ਚ ਘਟਾ ਦਈਏ ਜਾਂ ਅਵੋਇਡ ਕਰੀਏ। ਡਾਈਟ 'ਚ ਇਹੋ ਜਿਹਾ ਕੀ ਇਨਟੇਕ ਕਰਨਾ ਚਾਹੀਦਾ ਜਿਹਨਾਂ ਨਾਲ ਯੂਰਿਕ ਐਸਿਡ ਘੱਟ ਜਾਏ? ਦੇਖੋ, ਯੂਰਿਕ ਐਸਿਡ ਜਿਹੜਾ ਹੁੰਦਾ ਅਸੀਂ ਦੱਸਿਆ ਵੇਸਟ ਪ੍ਰੋਡਕਟ ਹੈ। ਸਾਨੂੰ ਸਭ ਤੋਂ ਪਹਿਲੇ ਇਹ ਧਿਆਨ ਰੱਖਣਾ ਚਾਹੀਦਾ ਕਿ ਅਸੀਂ ਆਪਣਾ ਜਿਹੜਾ ਲਿਕੁਇਡ ਇਨਟੇਕ ਅੱਛਾ ਰੱਖੀਏ। ਜੇ ਆਪਾਂ ਦੇਖੀਏ ਕਿ ਹਾਈਡਰੇਸ਼ਨ ਪਾਣੀ ਪੂਣੀ ਆਪਾਂ ਜ਼ਿਆਦਾ ਲੈਂਦੇ ਰਹੇ, ਕੋਈ ਵੀ ਲਿਕੁਇਡ ਚੀਜ਼ ਜ਼ਿਆਦਾ ਰਹਿੰਦੇ, ਉਹਦੇ ਨਾਲ ਯੂਰਿਕ ਐਸਿਡ ਲੈਵਲ ਘਟਣ 'ਚ ਆਸਾਨੀ ਹੁੰਦੀ। ਸਭ ਤੋਂ ਵੱਡਾ ਤਾਂ ਪਹਿਲੇ ਇਹ ਸਟੈਪ ਹੈ ਕਿ ਆਪਾਂ ਆਪਣਾ ਹਾਈਡਰੇਸ਼ਨ ਪ੍ਰੋਪਰ ਰੱਖੀਏ। ਸੈਕਿੰਡ ਹੈ ਕਈ ਚੀਜ਼ਾਂ ਹੁੰਦੀਆਂ ਜਿਹੜੀਆਂ ਯੂਰਿਕ ਐਸਿਡ ਨੂੰ ਘੱਟ ਕਰਨ 'ਚ ਹੈਲਪ ਕਰਦੀਆਂ, ਖਾਣ ਪੀਣ ਦੀ ਚੀਜ਼ਾਂ ਹੁੰਦੀਆਂ, ਜਿਵੇਂ ਕਿ ਆਪਾਂ ਜਿਹੜੇ ਹੈ ਕਈ ਫਰੂਟਸ ਹੁੰਦੇ ਜਿਹੜੇ ਰਿਚ ਹੁੰਦੇ ਵਿਟਾਮਿਨ ਸੀ 'ਚ, ਖਾਸ ਕਰ ਜਿਨ੍ਹਾਂ ਨੂੰ ਆਪਾਂ ਸਿਟਰਸ ਫਰੂਟ ਕਹਿੰਦੇ ਹਾਂ, ਜਿਵੇਂ ਆਪਣੇ ਔਰੇਂਜਿਸ ਹੋ ਗਏ, ਕੀਨੂ ਹੋ ਗਿਆ, ਇਹ ਜਿਹੜੇ ਫਰੂਟਸ ਹੁੰਦੇ ਯੂਰਿਕ ਐਸਿਡ ਨੂੰ ਘੱਟ ਕਰਨ 'ਚ ਹੈਲਪ ਕਰਦੇ ਆ। ਇਸ ਤਰ੍ਹਾਂ ਬਨਾਨਾ ਇੱਕ ਫਰੂਟ ਹੈ ਜਿਹੜਾ ਇੱਕ ਯੂਰਿਕ ਐਸਿਡ ਨੂੰ ਘਟਾਉਂਦਾ। ਇਹਦੇ ਇਲਾਵਾ ਆਪਾਂ ਇਹ ਵੀ ਦੇਖਿਆ ਕਿ ਜਿਹੜੀ ਗ੍ਰੀਨ ਵੈਜੀਟੇਬਲਸ ਹੁੰਦੀਆਂ, ਗ੍ਰੀਨ ਲੀਫੀ ਵੈਜੀਟੇਬਲਸ, ਉਹਨਾਂ ਨਾਲ ਵੀ ਕਾਫੀ ਫਰਕ ਪੈਂਦਾ। ਉਹਦੇ ਇਲਾਵਾ ਕਈ ਫਰੂਟਸ ਹੁੰਦੇ ਜਿਵੇਂ ਬੇਰੀਜ਼ ਹੋ ਗਈਆਂ, ਜਿਹੜੀ ਹੋ ਗਈਆਂ ਆਪਣੀ ਕ੍ਰੈਨਬੇਰੀਜ਼ ਹੋ ਗਈ, ਸਟ੍ਰਾਬੇਰੀਜ਼ ਹੋ ਗਈਆਂ, ਇਹ ਵੀ ਕਾਫੀ ਹੈਲਪਫੁਲ ਹੁੰਦੀਆਂ ਯੂਰਿਕ ਐਸਿਡ ਨੂੰ ਘੱਟ ਕਰਨ ਦੇ ਲੈਵਲਸ। ਇਹਦੇ ਇਲਾਵਾ ਡਾਇਟਰੀ ਫਾਈਬਰ ਇਨਟੇਕ ਜੇ ਆਪਾਂ ਆਪਣੀ ਡਾਈਟ ਚੰਗਾ ਰੱਖੀਏ, ਉਹਦੇ ਨਾਲ ਵੀ ਕਾਫੀ ਹੈਲਪ ਮਿਲਦੀ ਹੈ ਯੂਰਿਕ ਐਸਿਡ ਦੇ ਲੈਵਲ ਨੂੰ ਘਟਾਉਣ ਦੀ। ਇੱਕ ਹੋਰ ਜਿਹੜੀ ਇੰਪੋਰਟੈਂਟ ਚੀਜ਼ ਹੁੰਦੀ ਹੈ ਡਾਇਟਰੀ ਫਾਈਬਰ ਦੇ ਇਲਾਵਾ ਆਪਾਂ ਜਿਹੜਾ ਉਹਨਾਂ ਤੋਂ ਜਾਣਾ ਉਹ ਹੁੰਦੇ ਡਰਾਈ ਫਰੂਟਸ, ਖਾਸ ਕਰ ਜਿਹੜੇ ਐਲਮੰਡਸ ਹੁੰਦੇ ਆ, ਬਦਾਮ ਹੁੰਦੇ ਆ, ਇਹ ਵੀ ਇੱਕ ਅੱਛੇ ਸੋਰਸਿਸ ਹੈ ਜਿਹੜੇ ਬੋਡੀ 'ਚ ਯੂਰਿਕ ਐਸਿਡ ਲੈਵਲ ਨੂੰ ਘੱਟ ਕਰਦੇ। ਲਾਸਟ 'ਚ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ? ਮੈਸੇਜ ਮੈਂ ਇਹ ਦੇਣਾ ਚਾਹਾਂਗਾ ਕਿ ਤੁਹਾਨੂੰ ਖਾਸ ਕਰ ਅਗਰ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਯੂਰਿਕ ਐਸਿਡ ਵਾਲੇ ਸਿੰਪਟਮਸ ਆ ਰਹੇ ਹਨ, ਜਿਵੇਂ ਮੈਂ ਕਿਹਾ ਕਿ ਜੋੜਾਂ 'ਚ ਥੋੜ੍ਹੀ ਜਿਹੀ ਆਕੜਨ ਆ ਰਹੀ ਹੈ, ਰੈਡਨੈਸ ਹੋ ਰਹੀ ਹੈ, ਸਵੈਲਿੰਗ ਹੋ ਰਹੀ ਹੈ, ਤੁਹਾਨੂੰ ਉਸੇ ਵੇਲੇ ਆਪਣਾ ਧਿਆਨ ਰੱਖ ਕੇ ਇਹਨੂੰ ਪਹਿਲੇ ਕਿਸੇ ਇਨੀਸ਼ੀਅਲ ਸਟੇਜ 'ਤੇ ਟਰੀਟ ਕਰ ਲੈਣਾ ਚਾਹੀਦਾ। ਕਿਉਂਕਿ ਜੇ ਆਪਾਂ ਇਹਨੂੰ ਟਰੀਟ ਨਾ ਕਰੀਏ ਤਾਂ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਇਹਦੀ ਕੰਪਲੀਕੇਸ਼ਨਸ ਹੁੰਦੀਆਂ, ਜਿਵੇਂ ਜੁਆਇੰਟ ਡਿਫੋਰਮਿਟੀਜ਼ ਹੋ ਜਾਂਦੀਆਂ, ਕਈ ਵਾਰ ਇਹਦੇ ਵਿੱਚ ਹਾਰਟ ਦੀ ਡਿਜ਼ੀਜ਼ ਦੇ ਵੀ ਚਾਂਸਸ ਵੱਧ ਜਾਂਦੇ, ਕਿਡਨੀ ਡਿਜ਼ੀਜ਼ ਦੇ ਵੀ ਚਾਂਸ ਵੱਧ ਜਾਂਦੇ ਆ। ਇਸ ਲਈ ਇਸ ਬਿਮਾਰੀ ਨੂੰ ਆਪਾਂ ਪਹਿਲੇ ਡਾਇਗਨੋਸ ਕਰਕੇ ਜੇ ਤੁਹਾਨੂੰ ਕੋਈ ਸ਼ੱਕ ਲੱਗਦਾ ਜਾਂ ਤੁਹਾਨੂੰ ਕੋਈ ਪ੍ਰੋਬਲਮ ਆਉਂਦੀ, ਉਸੇ ਵੇਲੇ ਆਪਣੇ ਕਿਸੇ ਡਾਕਟਰ ਨੂੰ ਦਿਖਾ ਕੇ ਕੰਸਲਟ ਕਰਨਾ ਚਾਹੀਦਾ। ਜਿਵੇਂ ਕਿ ਤੁਸੀਂ ਸੁਣਿਆ ਡਾਕਟਰ ਨੇ ਬੜਾ ਹੀ ਅੱਛਾ ਕਿਹਾ ਕਿ ਅਗਰ ਸਿੰਪਟਮਸ ਹੈਗੇ, ਸਟਾਰਟਿੰਗ ਸਿੰਪਟਮਸ ਜਿਵੇਂ ਉਹਨਾਂ ਨੇ ਦੱਸੇ ਨੇ, ਉਹਦੇ ਇਲਾਜ ਕਰਵਾ ਲੈਣ, ਅਤੇ ਨਾਲ ਹੀ ਡਾਈਟ 'ਚ ਵੀ ਉਹਨਾਂ ਨੇ ਬਹੁਤ ਅੱਛਾ ਦਿੱਤਾ ਕਿਹੜੀ ਚੀਜ਼ ਲੈਣੀ ਚਾਹੀਦੀ, ਕਿਹੜੀ ਚੀਜ਼ ਅਵੋਇਡ ਕਰਨੀ ਚਾਹੀਦੀ ਹੈ, ਅਤੇ ਉਹ ਆਪਦਾ ਜਿਹੜਾ ਕਿ ਪੂਰਾ ਧਿਆਨ ਰੱਖਣ ਯੂਰਿਕ ਐਸਿਡ ਦਾ, ਕਿਉਂਕਿ ਇਹਦੇ ਨਾਲ ਕਾਫੀ ਹੋਰ ਪ੍ਰੋਬਲਮਸ ਵੀ ਲੱਗ ਸਕਦੀਆਂ। ਅਤੇ ਅਜਿਹੀ ਹੋਰ ਵੀਡੀਓਜ਼ ਦੇਖਣ ਲਈ ਤੁਸੀਂ ਦੇਖ ਰਹੇ ਹੋ ਲੁਧਿਆਣਾ ਟਾਈਮਸ। ਮੈਂ ਹਰਸ਼ ਕੌਰ, ਕੈਮਰਾਮੈਨ ਰਣਬੀਰ ਨਾਲ।